ਸਤਨਾਮ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਸਤਨਾਮ ਵਾਹਿਗੁਰੂ ਜੀ। ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਵਾਦ ਜੁਨੀ ਭਰਮ ਤੇ। ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਕੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ 부ਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੁਰਬਾਣੀ ਦੇ ਵਿੱਚੋਂ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸ਼ਬਦ, ਜੋ ਰਾਗ ਸੂਹੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 761 ਅਤੇ 762 ਤੇ ਸੁਭਾਏਮਾਨ ਹੈ, ਦੇ ਵਿੱਚੋਂ ਆਪ ਜੀ ਨੇ ਬੰਦ ਨੰਬਰ 5 ਤੋਂ ਲੈ ਕੇ ਬੰਦ ਨੰਬਰ 8 ਤੱਕ ਦਾ ਪਾਠ ਅੱਜ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਮਤਿ ਦੇ ਕੇਸ ਰਹੱਸ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ। ਇਸ ਦੀ ਵਿਚਾਰ ਗੁਰੂ ਮਹਿਰਮ ਸਦਕਾ ਆਰੰਭ ਕਰਦੇ ਹਾਂ। ਇੱਕ ਵਾਰ ਸਤ ਸੰਗੀ ਜਨਾਂ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ, ਬੜੇ ਪਿਆਰ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ
ਜਦੋਂ ਅਸੀਂ ਵਿਚਾਰਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਉਹ ਕਿਹੜੀਆਂ ਗੱਲਾਂ ਹਨ, ਮੈਂ ਪੜਾਅ ਦਰ ਪੜਾਅ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਸਭ ਤੋਂ ਪਹਿਲਾਂ ਸ਼ਬਦਾਂ ਦੇ ਵਿੱਚ ਵਿਸ਼ਰਾਮ, ਭਾਵ ਸਾਡੀ ਲੈ ਅਤੇ ਤਾਲ ਸਹੀ ਹੋਣੀ ਚਾਹੀਦੀ ਹੈ। ਸ਼ਬਦਾਂ ਦੇ ਵਿੱਚ ਵਿਸ਼ਰਾਮ ਸਹੀ ਨਹੀਂ ਲੱਗੇਗਾ ਤਾਂ ਕੁਦਰਤਨ ਹਨ ਕਿ ਸਾਡੇ ਕੋਲ ਸ਼ਬਦ ਦੇ ਅਰਥ ਸਹੀ ਨਹੀਂ ਹੋਣਗੇ। ਦੂਜਾ, ਸ਼ਬਦ ਨੂੰ ਕਿੱਥੋਂ ਵਿਚਾਰਨਾ ਹੈ, ਭਾਵ ਉਸ ਸ਼ਬਦ ਨੂੰ ਕਿੱਥੋਂ ਅਸੀਂ ਸਮਝਣਾ ਸ਼ੁਰੂ ਕਰਨਾ ਹੈ, ਇਸ ਗੱਲ ਦਾ ਪਤਾ ਸਾਨੂੰ ਹੋਣਾ ਚਾਹੀਦਾ ਹੈ। ਜਿਵੇਂ ਬਹੁਤ ਸਾਰੇ ਸ਼ਬਦਾਂ ਦੇ ਅੰਦਰ ਰਹਾਉ ਵਾਲਾ ਬੰਦ ਹੁੰਦਾ ਹੈ, ਰਹਾਉ ਵਾਲੇ ਬੰਦ ਤੋਂ ਹੀ ਸ਼ਬਦ ਦੀ ਵਿਚਾਰ ਨੂੰ ਆਰੰਭ ਕੀਤਾ ਜਾਂਦਾ ਹੈ। ਉਸ ਬੰਦ ਤੋਂ ਵਿਚਾਰ ਨੂੰ ਆਰੰਭ ਕਰਕੇ ਬਾਕੀ ਬੰਦਾਂ ਨੂੰ ਉਹਦੇ ਨਾਲ ਜੋੜ ਕੇ ਸਮਝਿਆ ਜਾਂਦਾ ਹੈ। ਦੂਜੀ ਗੱਲ ਇਹ ਹੈ। ਤੀਸਰਾ, ਉਸ ਸ਼ਬਦ ਦੇ ਵਿੱਚ ਆਏ ਹੋਏ ਲਫ਼ਜ਼ਾਂ ਨੂੰ ਸਾਨੂੰ ਬੜੇ ਧਿਆਨ ਨਾਲ ਦੇਖਣਾ ਪਏਗਾ ਕਿ ਇਸ ਲਫ਼ਜ਼ ਦਾ ਇੱਥੇ ਕਨਸੈਪਟ ਦੇ ਮੁਤਾਬਕ ਅਰਥ ਕੀ ਬਣਦਾ ਹੈ, ਵਿਸ਼ੇ ਦੇ ਮੁਤਾਬਕ ਇਹਦਾ ਭਾਵ ਕੀ ਬਣੇਗਾ। ਕਈ ਵਾਰ ਗੁਰਬਾਣੀ 'ਚ ਐਸਾ ਹੁੰਦਾ ਹੈ, ਲਫ਼ਜ਼ ਇੱਕ ਹੀ ਹੈ ਪਰ ਉਹਦਾ ਵਿਸ਼ਾ ਬਦਲ ਜਾਣ ਦੇ ਨਾਲ ਉਹਦੇ ਅਰਥ ਬਦਲ ਜਾਂਦੇ ਹਨ, ਪਰ ਸਾਡੀ ਸੁਰਤ ਵਿੱਚ ਉਹਦਾ ਅਰਥ ਇੱਕ ਹੀ ਹੁੰਦਾ ਹੈ। ਇਸ ਕਰਕੇ ਅਸੀਂ ਗੁਰਬਾਣੀ ਦੇ ਭਾਵ ਤੋਂ ਵਿਰਵੇ ਰਹਿ ਜਾਂਦੇ ਹਾਂ। ਸੋ ਤੀਜੀ ਗੱਲ ਇਹ ਹੈ, ਪਹਿਲੀ ਵਿਸ਼ਰਾਮ, ਦੂਜਾ ਸ਼ਬਦ ਨੂੰ ਅਸੀਂ ਵਿਚਾਰਨਾ ਕਿੱਥੋਂ ਸ਼ੁਰੂ ਕਰਨਾ ਹੈ, ਉਹਦੇ ਕਿਹੜੇ ਬੰਦ ਤੋਂ ਅਸੀਂ ਗੱਲ ਨੂੰ ਸਮਝਣਾ ਸ਼ੁਰੂ ਕਰੀਏ। ਤੇ ਤੀਸਰਾ ਹੈ ਕਿ ਸ਼ਬਦ ਵਿੱਚ ਆਏ ਹੋਏ ਜੋ ਅਲਫਾਜ਼ ਨੇ ਉਹਦਾ ਇੱਥੇ ਅਰਥ ਕੀ ਬਣਦਾ ਹੈ, ਕਨਸੈਪਟ ਕੀ ਚੱਲ ਰਿਹਾ ਹੈ, ਵਿਸ਼ਾ ਕੀ ਚੱਲ ਰਿਹਾ, ਤੇ ਵਿਸ਼ੇ ਦੇ ਮੁਤਾਬਕ ਉਸ ਸ਼ਬਦ ਦਾ ਅਰਥ ਕੀ ਬਣੇਗਾ। ਇਹ ਬਹੁਤ ਸਾਰੀਆਂ ਗੱਲਾਂ ਸਾਡੇ ਧਿਆਨ 'ਚ ਜੇ ਨਹੀਂ ਰਹਿਣਗੀਆਂ ਤਾਂ ਮੈਂ ਸਮਝਦਾ ਹਾਂ ਕਿ ਅਸੀਂ ਗੁਰਬਾਣੀ ਨੂੰ ਸਮਝਣ 'ਚ ਕਿਤੇ ਨਾ ਕਿਤੇ ਭੁਲੇਖਾ ਖਾਵਾਂਗੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਪਰ ਇਹ ਮੁੱਖ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਸੁਰਤ ਵਿੱਚ ਸੂਤਰਧਾਰ ਬਣਾਉਣਾ ਹੈ। ਸੋ ਅੱਜ ਦਾ ਜੋ ਸ਼ਬਦ ਹੈ, ਇਹਦੇ 4 ਬੰਦਾਂ ਦੀ ਵਿਚਾਰ ਅਸੀਂ ਸਮਝ ਚੁੱਕੇ ਹਾਂ, ਤੇ ਪਿਛਲੇਰੇ ਜਿਹੜੇ 4-5 ਬੰਦ ਹਨ ਉਹਨਾਂ ਦੀ ਵਿਚਾਰ ਅਸੀਂ ਅੱਜ ਇੱਥੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹਨ, ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ, ਕਿ ਇਸ ਸੰਸਾਰ ਵਿੱਚ ਅਨੇਕ ਹੀ ਬੰਦੇ ਆ ਰਹੇ ਨੇ, ਆ ਕੇ ਜਾ ਰਹੇ ਨੇ, ਜੰਮ ਰਹੇ ਨੇ, ਜੰਮ ਕੇ ਮਰ ਰਹੇ ਨੇ। ਭਾਵ ਸੰਸਾਰ ਇਸ ਪ੍ਰਕਿਰਿਆ ਦੇ ਵਿੱਚ ਚੱਲ ਰਿਹਾ ਹੈ। ਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਕਾਰ ਦਾ ਅਰਥ ਇੱਥੇ ਕੰਮ ਹੈ, ਸੰਜੋਗ ਦਾ ਅਰਥ ਹੈ ਮਿਲਣਾ, ਤੇ ਵਿਜੋਗ ਦਾ ਅਰਥ ਹੈ ਵਿਛੜਨਾ। ਇੱਥੇ ਕਹਿੰਦੇ ਮਿਲਾਪ ਵੀ ਹੈ ਤੇ ਇੱਥੇ ਵਿਛੋੜਾ ਵੀ ਹੈ। ਚੀਜ਼ਾਂ ਆਪਸ 'ਚ ਮਿਲਦੀਆਂ ਨੇ ਤੇ ਨਵੀਆਂ ਬਣ ਜਾਂਦੀਆਂ ਨੇ। ਬੀਜ ਜੇ ਡਰਮੀ ਦੇ ਵਿੱਚ ਪਿਆ ਰਹੇ ਤੇ 100 ਸਾਲ ਪਿਆ ਰਹੇ, ਉਹਦੇ ਤੋਂ ਪੌਦਾ ਨਹੀਂ ਬਣਦਾ। ਪਰ ਜੇ ਉਸੇ ਹੀ ਬੀਜ ਨੂੰ ਧਰਤੀ ਮਿਲ ਜਾਏ, ਪਾਣੀ ਮਿਲ ਜਾਏ, ਕਿਸੇ ਚੰਗੇ ਬੰਦੇ ਦੇ ਹੱਥਾਂ ਦੀ ਪਰਵਰਿਸ਼ ਮਿਲ ਜਾਏ, ਤੇ ਉਹ ਬੀਜ ਆਪਣੇ ਵਰਗੇ ਹਜ਼ਾਰਾਂ ਬੀਜ ਪੈਦਾ ਕਰ ਦਿੰਦਾ ਹੈ। ਇਹਨੂੰ ਕਹਿੰਦੇ ਨੇ ਸੰਜੋਗ, ਇਹਨੂੰ ਸੰਜੋਗ ਕਹਿੰਦੇ ਹਨ। ਤੇ ਵਿਜੋਗ ਦਾ ਭਾਵ ਹੈ ਵਿਛੜਨਾ, ਕਿਸੇ ਚੀਜ਼ ਦਾ ਇੱਕ ਸਮਾਂ ਪਾ ਕੇ ਆਪਣੇ ਮੁੱਖ ਵਜੂਦ ਨੂੰ ਛੱਡ ਦੇਣਾ, ਉਹਦੇ ਤੋਂ ਅਲੱਗ ਹੋ ਜਾਣਾ, ਜਿਹਨੂੰ ਅਸੀਂ ਮਰ ਜਾਣਾ ਵੀ ਕਹਿੰਦੇ ਹਾਂ। ਸੋ ਬਾਣੀ ਕਹਿੰਦੀ ਹੈ ਕਿ ਇਹ ਸਾਰਾ ਸੰਸਾਰ ਸੰਜੋਗ ਤੇ ਵਿਜੋਗ ਦੇ ਵਿੱਚ, ਜਨਮ ਤੇ ਮਰਨ ਦੇ ਵਿੱਚ, ਆਉਣ ਤੇ ਜਾਣ ਦੇ ਵਿੱਚ ਚੱਲ ਰਿਹਾ ਹੈ। ਭਾਵ ਇੱਥੇ ਇਹ ਜਿਹੜਾ ਸੰਸਾਰ ਦੀ ਗਤੀ ਹੈ ਇਸੇ ਅਨੁਸਾਰ ਚੱਲ ਰਹੀ। ਤੁਸੀਂ ਸੋਚ ਕੇ ਵੇਖੋ, ਜੇ ਦੋਵਾਂ ਚੋਂ ਇੱਕ ਚੀਜ਼ ਬੰਦ ਹੋ ਜਾਏ, ਮੰਨ ਲਓ ਜੇ ਜਨਮਣਾ ਹੀ ਬੰਦ ਹੋ ਜਾਏ, ਇੱਕ ਚੀਜ਼ ਬੰਦ ਹੋ ਜਾਏ ਤੇ ਦੂਸਰੀ ਆਪਣੇ ਆਪ ਹੀ ਬੰਦ ਹੋ ਜਾਏਗੀ। ਮੰਨ ਲਓ ਜੇ ਮਰਨਾ ਹੀ ਬੰਦ ਹੋ ਜਾਏ
ਤਾਂ ਜਨਮਣਾ ਆਪਣੇ ਆਪ ਹੀ ਬੰਦ ਹੋ ਜਾਏਗਾ। ਸੋ ਕੁਦਰਤ ਨੇ ਇਸ ਨੂੰ ਬੜੇ ਸੁਨਹਿਰੇ ਢੰਗ ਦੇ ਨਾਲ ਆਪਸ ਵਿੱਚ ਪਰੋਇਆ ਹੋਇਆ। ਇਸੇ ਨੂੰ ਗੁਰੂ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਆਖਦੇ ਹਨ ਕਿ ਇਹ ਆਪਣੇ ਆਪ ਨਹੀਂ ਹੈ। ਕਿਤੇ ਸੋਚੋ ਕਿ ਆਪਣੇ ਆਪ ਹੀ ਚੱਲ ਰਿਹਾ, ਇਹ ਹੈ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਇਹ ਜਿੰਨੇ ਵੀ ਆਕਾਰ ਨੇ, ਸਰੀਰ ਨੇ, ਜੋ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਉਹਦੇ ਹੁਕਮ 'ਚ ਹੋ ਰਿਹਾ ਹੈ, ਹੁਕਮ 'ਚ ਹੀ ਬਿਨਸ ਰਿਹਾ, ਹੁਕਮ 'ਚ ਹੀ ਪੈਦਾ ਹੋ ਰਿਹਾ। ਗੁਰਦੇਵ ਕਹਿੰਦੇ ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ। ਅਨੇਕਾਂ ਹੀ ਜੀਵ ਇਸ ਸੰਸਾਰ 'ਚ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ। ਪਰ ਕਹਿੰਦੇ ਇੱਕ ਗੱਲ ਬੜੀ ਧਿਆਨ ਨਾਲ ਦੇਖਣ ਵਾਲੀ ਹੈ। ਕਿਹੜੀ? ਬਿਨ ਬੂਝੇ ਸਭ ਵਾਦ। ਵਾਦ, ਇਹ ਸ਼ਬਦ ਨੂੰ ਥੋੜਾ ਜਿਹਾ ਅਸੀਂ ਸਮਝ ਲਈਏ। ਪਹਿਲਾਂ ਦੋ ਲਫ਼ਜ਼ ਆਉਂਦੇ ਨੇ ਬਾਣੀ ਦੇ ਵਿੱਚ, ਇੱਕ ਆਉਂਦਾ ਹੈ ਸੰਵਾਦ, ਇੱਕ ਆਉਂਦਾ ਹੈ ਵਾਦ। ਵਾਦ ਦਾ ਅਰਥ ਹੈ ਕਿਸੇ ਦੇ ਹੱਥੀਂ ਪੈਣਾ, ਤੇ ਸੰਵਾਦ ਦਾ ਅਰਥ ਹੈ ਕਿਸੇ ਨਾਲ ਬਹਿ ਕੇ ਗੱਲਬਾਤ ਕਰਨੀ। ਵਾਦ ਨੂੰ ਅਸੀਂ ਜੇ ਪੰਜਾਬੀ 'ਚ ਸਮਝੀਏ ਤੇ ਇਹਦਾ ਅਰਥ ਹੈ ਝਗੜਾ। ਇੱਕ ਸ਼ਬਦ ਅਸੀਂ ਸੁਣਦੇ ਹਾਂ ਵਾਦ ਵਿਵਾਦ, ਬਾਣੀ 'ਚ ਜ਼ਿਕਰ ਵੀ ਆਉਂਦਾ ਹੈ ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਿਸੇ ਦੇ ਨਾਲ ਤੂੰ ਗਲਤ ਬੋਲ ਅਲਫਾਜ਼ੀ ਨਾ ਕਰ, ਕਿਸੇ ਦੇ ਨਾਲ ਤੂੰ ਝਗੜਾ ਨਾ ਕਰ। ਬਾਣੀ ਨੇ ਗਲਤ ਸ਼ਬਦ ਬੋਲਣ ਤੋਂ ਅਤੇ ਝਗੜਾ ਕਰਨ ਤੋਂ ਵਾਰ-ਵਾਰ ਗੁਰਸਿੱਖ ਨੂੰ ਗੁਰੇਜ਼ ਕੀਤਾ ਹੈ, ਰੋਕਣਾ ਕੀਤਾ ਹੈ। ਸੋ ਵਾਦ ਦਾ ਅਰਥ ਹੈ ਕਿਸੇ ਨੂੰ ਲਫ਼ਜ਼ਾਂ ਰਾਹੀਂ ਠੇਸ ਪਹੁੰਚਾਉਣੀ, ਭਾਵ ਗਲਤ ਲਫ਼ਜ਼ ਬੋਲਣੇ, ਉਹਨੂੰ ਵਾਦ ਕਹਿੰਦੇ ਹਨ। ਤੇ ਵਿਵਾਦ ਕਹਿੰਦੇ ਹਨ ਜਿੱਥੇ ਬੰਦੇ ਦਾ ਕਿਸੇ ਦੇ ਹੱਥੀਂ ਪੈ ਜਾਣਾ, ਭਾਵ ਕਿਸੇ ਦੇ ਨਾਲ ਸਰੀਰਕ ਤੌਰ ਤੇ ਲੜ ਪੈਣਾ। ਬਾਣੀ 'ਚ ਦੋਵਾਂ ਦਾ ਹੀ ਜ਼ਿਕਰ ਹੈ। ਬਾਣੀ ਕਹਿੰਦੀ ਹੈ ਨਾ ਤੂੰ ਲਫ਼ਜ਼ਾਂ ਰਾਹੀਂ ਕਿਸੇ ਨੂੰ ਗਲਤ ਬੋਲ ਤੇ ਨਾ ਹੀ ਕਿਸੇ ਦੇ ਹੱਥੀਂ ਪੈ। ਪਰ ਇੱਕ ਗੱਲ ਯਾਦ ਰੱਖਣਾ, ਬਾਣੀ ਨੇ ਇਹ ਵੀ ਕਿਹਾ ਕਿ ਜੇ ਕੋਈ ਤੇਰੇ ਤੇ ਚੜ ਕੇ ਆ ਜਾਏ ਫਿਰ ਤੂੰ ਉਹਦੇ ਅੱਗੇ ਹੱਥ ਵੀ ਜੋੜਨੇ ਨਹੀਂ, ਫਿਰ ਤੂੰ ਇਹ ਵੀ ਨਹੀਂ ਦਿਖਾਉਣਾ ਕਿ ਮੈਂ ਲੜਦਾ ਨਹੀਂ ਹਾਂ। ਫਿਰ ਬਾਣੀ ਨੇ ਇਹ ਵੀ ਉਪਦੇਸ਼ ਦਿੱਤਾ ਹੈ ਭੈ ਕਾਹੂ ਕੋ ਦੇਤ ਨਾ। ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਕਿਸੇ ਦੇ ਨਾਲ ਝਗੜਾ ਨਹੀਂ ਕਰਦੇ, ਪਰ ਜੇ ਕੋਈ ਸਾਡੇ ਤੇ ਚੜ ਕੇ ਆ ਜਾਏ ਫਿਰ ਅਸੀਂ ਹੱਥ ਵੀ ਅੱਗਿਓਂ ਜੋੜਦੇ ਨਹੀਂ, ਫਿਰ ਅਸੀਂ ਅੱਗਿਓਂ ਹੱਥ ਕਰਾਰੇ ਵਿਖਾਉਂਦੇ ਵੀ ਹਾਂ। ਬਾਣੀ ਨੇ ਇਹ ਗੱਲ ਕਹੀ ਹੈ ਭੈ ਕਾਹੂ ਕੋ ਦੇਤ ਨਾ, ਨੈ ਭੈ ਮਾਨਤ ਆਣ। ਅਸੀਂ ਨਾ ਡਰਦੇ ਹਾਂ ਤੇ ਨਾ ਹੀ ਡਰਾਉਂਦੇ ਹਾਂ। ਸੋ ਦੇਖੋ ਬਾਣੀ ਦੇ ਉਪਦੇਸ਼ ਬੜੇ ਸਪਸ਼ਟ ਜੇ ਨੇ। ਸੋ ਗੁਰਦੇਵ ਇੱਥੇ ਕਹਿੰਦੇ ਨੇ, ਕਹਿੰਦੇ ਬਿਨ ਬੂਝੇ ਸਭ ਵਾਦ। ਬਿਨਾਂ ਸਮਝ ਤੋਂ ਇੱਥੇ ਬੰਦੇ ਆ ਰਹੇ ਨੇ, ਜਾ ਰਹੇ ਨੇ, ਤੇ ਇਸ ਆਉਣ ਜਾਣ ਦੇ ਵਿੱਚ ਵਾਦ ਵਿਵਾਦ 'ਚ ਪਏ ਨੇ, ਝਗੜਿਆਂ 'ਚ ਪਏ ਨੇ। ਕਹਿੰਦੇ ਕੁਦਰਤ ਨੇ ਇਹ ਵਿਧਾਨ ਬਣਾਇਆ ਕਿ ਜਨਮ ਵੀ ਹੋਣਾ ਹੈ ਤੇ ਬੰਦੇ ਨੇ ਮਰਨਾ ਵੀ ਹੈ, ਇੱਥੇ ਆਉਣਾ ਵੀ ਹੈ ਤੇ ਇੱਥੋਂ ਜਾਣਾ ਵੀ ਹੈ। ਪਰ ਕਮਾਲ ਦੀ ਗੱਲ ਹੈ ਕਿ ਬਹੁਤ ਸਾਰੇ ਬੰਦੇ ਫਜ਼ੂਲ ਦੇ ਝਗੜੇ ਆਪਣੇ ਗਲ ਪਾਈ ਬੈਠੇ ਨੇ। ਅਸਲ 'ਚ ਮੁੱਦਾ ਨਹੀਂ ਹੁੰਦਾ ਜਿਹਦੇ ਖਾਤਰ ਉਹ ਲੜ ਰਹੇ ਹੁੰਦੇ ਨੇ, ਅਸਲ 'ਚ ਉਹ ਕੋਈ ਗੱਲਬਾਤ ਨਹੀਂ ਹੁੰਦੀ ਜਿਸ ਕਰਕੇ ਉਹ ਵਾਦ ਵਿਵਾਦ 'ਚ ਪਏ ਹੁੰਦੇ ਨੇ। ਕਾਹਤੋਂ? ਕਿਉਂਕਿ ਉਹਨਾਂ ਨੂੰ ਬੂਝ ਨਹੀਂ ਹੈ। ਸੋ ਗੁਰਦੇਵ ਕਹਿੰਦੇ ਇਸ ਦੁਨੀਆ ਦੇ ਬਹੁਤੇ ਝਗੜੇ ਬਿਨਾਂ ਸਮਝ ਤੋਂ ਨੇ। ਬਿਨ ਬੂਝੇ ਸਭ ਵਾਦ। ਬਿਨਾਂ ਸਮਝ ਤੋਂ ਇਸ ਦੁਨੀਆ 'ਚ ਲੋਕ ਝਗੜ ਰਹੇ ਨੇ। ਜੋਨੀ ਭਰਮ ਤੇ। ਜੋਨੀ ਭਰਮ ਤੇ, ਜੋਨੀ ਭਰਮ ਤੇ ਦਾ ਭਾਵ ਹੈ ਤੇ ਬੰਦੇ ਨੇ, ਵੇਖਣ ਨੂੰ ਬੰਦੇ ਨੇ, ਪਰ ਉਹਨਾਂ ਦੀਆਂ ਲੜਾਈਆਂ ਪਸ਼ੂਆਂ ਵਰਗੀਆਂ ਨੇ। ਫਿਰ ਇਸ ਗੱਲ ਨੂੰ ਸਮਝੋ, ਜੋਨੀ ਭਰਮ ਤੇ ਦਾ ਮਤਲਬ ਹੈ, ਗੁਰਦੇਵ ਕਹਿੰਦੇ ਨੇ ਦੋ ਪਸ਼ੂ ਲੜਦੇ ਹੋਣ ਤੇ ਬੰਦਾ ਕਹਿ ਸਕਦਾ ਕਿ ਇਹ ਪਸ਼ੂ ਨੇ। ਦੋ ਪੰਛੀ ਲੜਦੇ ਹੋਣ ਤੇ ਕਹਿ ਸਕਦਾ ਕਿ ਇਹ ਪੰਛੀ ਨੇ, ਇਹਨਾਂ ਨੂੰ ਸਮਝ ਨਹੀਂ ਹੈ, ਇਹ ਤਾਂ ਲੜ ਰਹੇ ਨੇ। ਪਰ ਜੇ ਮਨੁੱਖ ਲੜਦਾ ਹੋਏ ਤੇ ਗੁਰਦੇਵ ਕਹਿੰਦੇ ਫਿਰ ਇਹ ਅਸਲ 'ਚ ਵੇਖਣ ਨੂੰ ਬੰਦਾ ਹੈ, ਪਰ ਬੰਦੇ ਦੇ ਵਿੱਚ ਹੈ ਕੀ ਹੈ? ਪਸ਼ੂ ਹੈ। ਇਸੇ ਕਰਕੇ ਜਦੋਂ ਅਸੀਂ ਇਤਿਹਾਸ ਪੜ੍ਹੀਏ ਤਾਂ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਵੀ ਗੁਰੂ ਘਰ 'ਚ ਜੰਗਾਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੇ ਜੰਗਾਂ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੇਖੋ ਅੰਮ੍ਰਿਤਸਰ ਜੰਗ ਹੋਈ 6ਵੇਂ ਪਾਤਸ਼ਾਹ ਦੇ ਵੇਲੇ,
4 ਜੰਗਾਂ ਅੰਮ੍ਰਿਤਸਰ ਦੇ ਇਲਾਕੇ 'ਚ, ਇਸ ਇਲਾਕੇ 'ਚ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਨੇ ਅਗਲੀ ਪਾਤਸ਼ਾਹੀ ਨੂੰ ਆਖਿਆ, ਤੁਸੀਂ ਇਹ ਇਲਾਕਾ ਛੱਡ ਕੇ ਦੂਜੇ ਇਲਾਕੇ ਚਲੇ ਜਾਓ। 7ਵੇਂ ਪਾਤਸ਼ਾਹ ਉਹ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਕਿੱਧਰ ਆ ਗਏ? ਆਨੰਦਪੁਰ ਵਾਲੇ ਪਾਸੇ ਆ ਗਏ। ਇੱਥੇ ਫਿਰ ਲੜਾਈਆਂ ਸ਼ੁਰੂ ਹੋ ਗਈਆਂ। ਤੁਸੀਂ ਵੇਖੋ 10ਵੇਂ ਪਾਤਸ਼ਾਹ ਆਨੰਦਪੁਰ ਛੱਡ ਕੇ ਕਿਸ ਪਾਸੇ ਨੂੰ ਚਲੇ ਗਏ? ਨਾਂਦੇੜ ਵੱਲ ਨੂੰ ਚਲੇ ਗਏ। ਇਹਦਾ ਮਤਲਬ ਇਹ ਕਿਤੇ ਨਹੀਂ ਸੀ ਕਿ ਸਾਡੇ ਗੁਰੂ ਸਾਹਿਬ ਲੜਾਈ ਝਗੜੇ ਤੋਂ ਡਰਦੇ ਸਨ। ਇਹਦਾ ਮਤਲਬ ਇਹ ਨਹੀਂ, ਇਹ ਮਤਾ ਸਮਝਣਾ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਝਗੜੇ ਤੋਂ, ਜੰਗ ਤੋਂ ਲੜਦੇ ਸਨ, ਨਹੀਂ। ਇਹਦਾ ਮਤਲਬ ਇਹ, ਗੁਰੂ ਸਾਹਿਬ ਕਹਿੰਦੇ ਲੜਾਈ ਝਗੜਾ ਪਸ਼ੂਆਂ ਦਾ ਕੰਮ। ਪਸ਼ੂ ਲੜਦੇ ਚੰਗੇ ਲੱਗਦੇ ਹਨ, ਇਹ ਬੰਦਿਆਂ ਦਾ ਕੰਮ ਨਹੀਂ, ਸੂਝ-ਬੂਝ ਵਾਲਿਆਂ ਦਾ ਕੰਮ ਨਹੀਂ ਹੈ ਕਿ ਉਹ ਲੜਦੇ ਰਹਿਣ। ਇਹ ਜੀਵਨ ਲੜਾਈ ਝਗੜੇ ਵਾਸਤੇ ਨਹੀਂ ਮਿਲਿਆ ਹੈ। ਇਸੇ ਕਰਕੇ ਗੁਰਦੇਵ ਇੱਥੇ ਕਹਿੰਦੇ, ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ। ਬਿਨਾਂ ਸਮਝ ਤੋਂ ਬੰਦਾ ਝਗੜਾ ਕਰਦਾ ਹੀ ਕਰਦਾ ਹੈ ਤੇ ਵੇਖਣ ਨੂੰ ਲੱਗਦਾ ਬੰਦਾ, ਗੁਰਦੇਵ ਕਹਿੰਦੇ ਉਹ ਪਸ਼ੂ ਦੀ ਜੋਨ ਵਿੱਚ ਪੈ ਜਾਂਦਾ ਹੈ। ਭਾਵ ਵੇਖਣ ਨੂੰ ਇਨਸਾਨ ਹੈ, ਪਰ ਜੇ ਉਹਦੇ ਕਰਮ ਦੇਖੀਏ ਤੇ ਉਹਦੇ ਕਰਮ ਕਿਹਦੇ ਵਰਗੇ ਨੇ? ਪਸ਼ੂਆਂ ਵਰਗੇ ਨੇ। ਉਹਦੇ ਕਰਮ ਜਿਹੜੇ ਹਨ ਉਹ ਜਾਨਵਰਾਂ ਵਰਗੇ ਹਨ। ਗੁਰਦੇਵ ਅੱਗੇ ਜ਼ਿਕਰ ਕਰਦੇ, ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ। ਕਹਿੰਦੇ ਜਿਨ੍ਹਾਂ ਤੇ ਤੂੰ ਆਪ ਦਿਆਲ ਹੋ ਜਾਣਾ, ਜਿਨ੍ਹਾਂ ਤੇ ਹੇ ਵਾਹਿਗੁਰੂ ਤੂੰ ਆਪ ਦਇਆ ਕਰ ਦੇਣਾ, ਤਿਨ ਸਾਧੂ ਸੰਗ ਭਇਆ, ਉਹਨਾਂ ਨੂੰ ਗੁਰੂ ਦਾ ਸੰਗ ਮਿਲ ਜਾਂਦਾ। ਤੇ ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਜਾਏ, ਗੁਰੂ ਦਾ ਸਾਥ ਮਿਲ ਜਾਏ, ਉਹਨਾਂ ਨੂੰ ਬੂਝ ਵੀ ਆ ਜਾਂਦੀ ਹੈ ਤੇ ਸੂਝ ਵੀ ਆ ਜਾਂਦੀ ਹੈ। ਉਹਨਾਂ ਨੂੰ ਦੋਵੇਂ ਗੱਲਾਂ ਆ ਜਾਂਦੀਆਂ ਨੇ। ਉਹ ਬੁੱਝ ਵੀ ਜਾਂਦੇ ਨੇ ਤੇ ਉਹ ਸੁੱਝ ਵੀ ਜਾਂਦੇ ਨੇ। ਭਾਵ ਗੁਰੂ ਸਾਨੂੰ ਸੂਝ ਤੇ ਬੂਝ ਦਿੰਦੇ। ਜੋ ਅਸੀਂ ਰੋਜ਼ ਵਾਰ-ਵਾਰ ਇਹ ਗੱਲ ਪ੍ਰੇਰਨਾ ਲੈਂਦੇ ਹਾਂ ਬਾਣੀ ਚੋਂ। ਗੁਰਦੇਵ ਵਾਰ-ਵਾਰ ਕਹਿੰਦੇ ਨੇ, ਬਾਣੀ ਪੜ੍ਹ, ਬਾਣੀ ਸੁਣ, ਬਾਣੀ ਗਾ। ਇਹਦਾ ਭਾਵ ਕੀ? ਇਹਦਾ ਭਾਵ ਇਹ ਹੈ ਕਿ ਗੁਰੂ ਦਾ ਸੰਗ ਕਰਕੇ ਸੂਝ ਤੇ ਬੂਝ ਲੈ, ਸਮਝ ਲੈ। ਇਤਿਹਾਸ ਤੁਸੀਂ ਵੇਖੋ, ਮੈਂ ਇਤਿਹਾਸ ਦੇ ਕੁਝ ਪਾਤਰ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਉਹ ਬੰਦੇ ਬੜੇ ਵਿਗੜੇ ਹੋਏ ਸਨ, ਬੜੇ ਵਿਗੜੇ ਹੋਏ ਸਨ। ਪਰ ਜਦੋਂ ਉਹਨਾਂ ਨੂੰ ਗੁਰੂ ਦਾ ਸੰਗ ਮਿਲਿਆ ਤੇ ਉਹ ਬੰਦੇ ਬੜੇ ਸੂਝ ਤੇ ਬੂਝ ਵਾਲੇ ਹੋ ਗਏ। ਤੁਸਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਇੱਕ ਭਾਈ ਦਾ ਨਾਮ ਸੁਣਿਆ ਹੋਣਾ। ਉਸ ਭਾਈ ਦਾ ਨਾਮ ਹੈ ਕੋਡਾ। ਉਹ ਦੱਖਣ ਦੇ ਇਲਾਕੇ ਦਾ ਸੀ। ਕੋਡਾ ਭੀਲ ਉਹਨੂੰ ਕਹਿੰਦੇ ਸਨ। ਭੀਲ ਉਹਦੀ ਬਰਾਦਰੀ ਸੀ ਤੇ ਲੋਕਾਂ ਦੇ ਵਿੱਚ ਉਹ ਬੜਾ ਲੜਾਈ ਝਗੜਾ ਕਰਦਾ ਸੀ। ਲੜਾਈ ਝਗੜਾ ਦਾ ਮੂਲ ਕਾਰਨ ਇਹ ਸੀ ਕਿ ਲੋਕ ਉਸ ਨੂੰ ਰਾਖਸ਼ ਕਹਿਣ ਲੱਗ ਪਏ। ਉਹਦਾ ਨਾਮ ਪਾ ਦਿੱਤਾ ਕੋਡਾ, ਰਾਖਸ਼। ਲੋਕਾਂ ਦੇ ਵਿੱਚੋਂ ਉਸ ਨੂੰ ਬਾਹਰ ਕਰ ਦਿੱਤਾ। ਹੁਣ ਜਿਹੜਾ ਵੀ ਉਹਦੇ ਇਲਾਕੇ 'ਚ ਜਾਂਦਾ ਹੈ ਉਹ ਉਸ ਨੂੰ ਮਾਰ ਦਿੰਦਾ ਹੈ, ਕਤਲ ਕਰ ਦਿੰਦਾ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਉਸ ਇਲਾਕੇ 'ਚੋਂ ਗੁਜ਼ਰੇ, ਉਹਦੇ ਕੋਲ ਗਏ, ਉਹਨੇ ਭਾਈ ਮਰਦਾਨੇ ਨੂੰ ਵੀ ਫੜ ਲਿਆ। ਉਹੀ ਕੰਮ ਭਾਈ ਮਰਦਾਨੇ ਨਾਲ ਕਰਨ ਲੱਗਾ। ਗੁਰੂ ਨਾਨਕ ਸਾਹਿਬ ਮਗਰ ਗਏ, ਬੜੇ ਪਿਆਰ ਨਾਲ ਉਸ ਨੂੰ ਬੁਲਾਇਆ। ਤੁਸੀਂ ਵੇਖੋ, ਇਹ ਇੰਨਾ ਖੁੰਖਾਰ ਆਦਮੀ ਜਿਹੜਾ ਬੰਦਿਆਂ ਨੂੰ ਕਤਲ ਕਰਕੇ, ਜਿਸ ਬਾਰੇ ਇਹ ਗੱਲ ਕਹੀ ਗਈ ਹੈ ਸਾਡੇ ਇਤਿਹਾਸ ਵਿੱਚ ਕਿ ਉਹ ਖਾ ਜਾਂਦਾ ਸੀ, ਕਿੰਨਾ ਕੁ ਖੁੰਖਾਰ ਹੋਏਗਾ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਗੁਰੂ ਦਾ ਸੰਗ ਕੀਤਾ, ਕਿੰਨਾ ਸੂਝ-ਬੂਝ ਵਾਲਾ ਹੋਇਆ, ਕਿੰਨਾ ਉਹ ਪਿਆਰ ਵਾਲਾ ਹੋਇਆ। ਇਸੇ ਨੂੰ ਕਹਿੰਦੇ ਹਨ ਕਿ ਗੁਰੂ ਦਾ ਸੰਗ ਸਾਨੂੰ ਸੂਝ ਤੇ ਬੂਝ ਦਿੰਦਾ ਹੈ। ਬਾਦਾਂ 'ਚ ਕਿਤੇ ਜ਼ਿਕਰ ਨਹੀਂ ਕਿ ਉਸਨੇ ਬੰਦਿਆਂ ਦਾ ਕਤਲ ਕੀਤਾ ਹੋਏ, ਬੰਦਿਆਂ ਨੂੰ ਮਾਰਿਆ ਹੋਏ, ਕਿਸੇ ਨੂੰ ਬੁਰਾ ਭਲਾ ਕਿਹਾ ਹੋਏ। ਸੋ ਇਸੇ ਨੂੰ ਗੁਰਦੇਵ ਕਹਿੰਦੇ ਨੇ, ਜਿਨ ਕੋ ਭਏ ਦਿਆਲ, ਜਿਨ੍ਹਾਂ ਤੇ ਵਾਹਿਗੁਰੂ ਦਿਆਲ ਹੁੰਦਾ ਹੈ, ਤਿੰਨ ਸਾਧੂ ਸੰਗ ਪਿਆ, ਉਹਨਾਂ ਨੂੰ ਗੁਰੂ ਦਾ ਸੰਗ ਮਿਲ ਗਿਆ। ਤੇ ਗੁਰੂ ਦੇ ਸੰਗ ਬਾਰੇ ਇੱਕ ਬਚਨ ਮੈਂ ਕਹਿ ਦਵਾਂ। ਅੱਗੇ ਵੀ ਮੈਂ ਕਈ ਵਾਰ ਉਹ ਬਚਨ ਕਹਿੰਦਾ ਹੁੰਨਾ, ਸ਼ਾਮ ਨੂੰ ਤੁਸੀਂ ਪੜ੍ਹਦੇ ਹੋ। ਸ਼ਾਮ ਨੂੰ ਜਦੋਂ ਪਾਠ ਕਰੀਏ ਤੇ ਇੱਕ ਬਚਨ ਆਉਂਦਾ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਦਾ ਭਾਵ ਹੈ ਗੁਰੂ ਦੀ ਸੰਗਤ ਮਿਲੇ। ਗੁਰਦੇਵ ਕਹਿੰਦੇ ਉਹ ਤਰ ਗਿਆ।
ਕਿਵੇਂ ਤਰ ਗਿਆ? ਕਹਿੰਦੇ ਜਿਵੇਂ ਸੁੱਕੀ ਲੱਕੜ ਹਰੀ ਹੋ ਗਈ ਹੋਵੇ। ਕਦੀ ਵੇਖਿਆ ਕਿ ਸੁੱਕੀ ਲੱਕੜ ਵੀ ਹਰੀ ਹੋਈ ਹੋਵੇ? ਆਪਣੇ ਘਰਾਂ ਦੇ ਵਿੱਚ ਆਮ ਸੁੱਕੀਆਂ ਲੱਕੜਾਂ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ, ਕਦੀ ਸੁੱਕੀ ਲੱਕੜ ਵੀ ਹਰੀ ਹੋਈ ਮਿਲੀ ਹੈ? ਪਰ ਤੁਸੀਂ ਵੇਖੋ, ਜਿਹੜੇ ਸਿਆਣੇ ਕਾਰੀਗਰ ਨੇ, ਜਿਹਨੂੰ ਅਸੀਂ ਕਹਿੰਦੇ ਆ ਕਿ ਸਿਆਣਾ ਮਾਲੀ ਹੈ, ਉਹ ਸੁੱਕੀ ਲੱਕੜ ਨੂੰ ਵੀ ਜੜ੍ਹਾਂ ਲਾ ਦਿੰਦਾ ਹੈ। ਤੁਸੀਂ ਕਦੀ ਕਿਸੇ ਬਗੀਚੀ 'ਚ ਜਾ ਕੇ ਵੇਖਣਾ, ਉੱਥੇ ਧਿਆਨ ਨਾਲ ਵੇਖਣਾ ਕਿ ਮਾਲੀ ਨੇ ਬਹੁਤ ਸਾਰੀਆਂ ਸੁੱਕੀਆਂ ਲੱਕੜਾਂ ਧਰਤੀ ਵਿੱਚ ਗੱਡੀਆਂ ਹੁੰਦੀਆਂ ਨੇ, ਤੇ ਗੱਡ ਕੇ ਉਹਨਾਂ ਨੂੰ ਐਸੇ ਢੰਗ ਨਾਲ ਪੇਂਦ ਦਿੰਦਾ ਹੈ ਕਿ ਉਹਨਾਂ ਸੁੱਕੀਆਂ ਲੱਕੜਾਂ ਦੇ ਵਿੱਚੋਂ ਵੀ ਫੁੱਲ ਬੂਟੀਆਂ ਨਿਕਲ ਆਉਂਦੀਆਂ ਨੇ। ਆਮ ਬੰਦੇ ਦੇ ਹੱਥ ਸੁੱਕੀ ਲੱਕੜ ਲੱਗੇ ਤੇ ਉਹ ਚੁੱਲ੍ਹੇ 'ਚ ਡਾਹ ਦਿੰਦਾ ਹੈ, ਪਰ ਮਾਲੀ ਦੇ ਹੱਥ ਲੱਗੇ ਤੇ ਉਹਦੇ ਵਿੱਚੋਂ ਫੁੱਲ ਬੂਟੀਆਂ ਪੈਦਾ ਕਰ ਦਿੰਦਾ ਹੈ, ਇੱਕ ਰੁੱਖ ਪੈਦਾ ਕਰ ਦਿੰਦਾ ਹੈ। ਫਰਕ ਕਾਹਦਾ ਹੈ? ਲੱਕੜ ਦਾ ਫਰਕ ਨਹੀਂ, ਫਰਕ ਹੈ ਉਹ ਉਸ ਲੱਕੜ ਨੇ ਸੰਗਤ ਕਿਹਦੀ ਮਾਣੀ ਹੈ। ਜੇ ਉਹਨੇ ਮਾਲੀ ਦੇ ਹੱਥਾਂ ਦੀ ਸੰਗਤ ਮਾਣੀ ਤੇ ਉਹ ਲੱਕੜ ਜਿਹੜੀ ਆ ਰੁੱਖ ਬਣ ਗਈ ਹੈ, ਤੇ ਜੇ ਕਿਤੇ ਸਾਡੇ ਵਰਗੇ ਅਣਜਾਣ ਬੰਦੇ ਦੇ ਹੱਥਾਂ ਦੀ ਸੰਗਤ ਮਾਣੀ ਹੈ ਤੇ ਉਹ ਚੁੱਲ੍ਹੇ ਦੀ ਸਵਾਹ ਬਣ ਗਈ ਹੈ, ਉਹ ਟੋਟੇ ਟੋਟੇ ਹੋ ਗਏ। ਮਸਲਾ ਹੈ ਸੰਗਤ ਦਾ। ਇਸੇ ਨੂੰ ਗੁਰਦੇਵ ਕਹਿੰਦੇ ਨੇ, ਕਹਿੰਦੇ ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਕਹਿੰਦੇ ਜਿਵੇਂ ਮਾਲੀ ਦੇ ਹੱਥਾਂ 'ਚ ਆ ਕੇ ਸੁੱਕੀ ਲੱਕੜ ਵੀ ਹਰੀ ਹੋ ਜਾਂਦੀ ਹੈ, ਜੇ ਕੋਈ ਗੁਰੂ ਦਾ ਸੰਗ ਕਰੇ ਨਾ, ਤੇ ਗੁਰੂ ਦਾ ਸੰਗ ਜਿਹੜਾ ਬੰਦੇ ਨੂੰ ਇਉਂ ਬਦਲ ਦਿੰਦਾ ਜਿਵੇਂ ਮਾਲੀ ਸੁੱਕੀ ਲੱਕੜ ਨੂੰ ਹਰੀ ਲੱਕੜ ਦੇ ਵਿੱਚ ਬਦਲ ਦਿੰਦਾ। ਇਸੇ ਨੂੰ ਗੁਰਦੇਵ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਸੰਗ ਮਾਣਿਆ, ਕੀ ਹੋਇਆ? ਅੰਮ੍ਰਿਤ ਹਰਿ ਕਾ ਨਾਮ। ਅੰਮ੍ਰਿਤ ਕਹਿੰਦੇ ਨੇ ਜੀਵਨ ਦੇਣ ਵਾਲਾ। ਅਸਲ ਸ਼ਬਦ ਹੈ ਮ੍ਰਿਤ। ਮ੍ਰਿਤ ਦਾ ਮਤਲਬ ਹੁੰਦਾ ਮਰਿਆ ਹੋਇਆ, ਤੇ ਜਦੋਂ ਮ੍ਰਿਤ ਦੇ ਅੱਗੇ ਐੜਾ ਲੱਗ ਜਾਂਦਾ ਉਹ ਬਣ ਜਾਂਦਾ ਅੰਮ੍ਰਿਤ, ਭਾਵ ਮਰਨ ਤੋਂ ਉਲਟ, ਭਾਵ ਜਿੰਦਾ। ਕਹਿੰਦੇ ਪਰਮੇਸ਼ਰ ਦਾ ਨਾਮ ਜੀਵਨ ਦੇਣ ਵਾਲਾ। ਅੰਮ੍ਰਿਤ ਹਰਿ ਕਾ ਨਾਮ, ਰੱਬ ਦਾ ਨਾਮ ਜੀਵਨ ਦੇਣ ਵਾਲਾ ਹੈ। ਤਿਨੀ ਜਨੀ ਜਪ ਲਿਆ। ਤਿਨੀ ਦਾ ਮਤਲਬ ਤਿੰਨਾਂ ਨੇ। ਕਿੰਨਾਂ ਨੇ? ਜਿਨ੍ਹਾਂ ਨੇ ਗੁਰੂ ਦਾ ਸੰਗ ਮਾਣਿਆ। ਜਿਨ੍ਹਾਂ ਗੁਰੂ ਦਾ ਸੰਗ ਮਾਣਿਆ ਉਹਨਾਂ ਨੇ ਪਰਮੇਸ਼ਰ ਦਾ ਉਹ ਨਾਮ ਜਪ ਲਿਆ ਜਿਹੜਾ ਨਾਮ ਜੀਵਨ ਦੇਣ ਵਾਲਾ ਸੀ, ਜਿਹਨੇ ਅਸਲ ਜੀਵਨ ਦੇਣਾ ਸੀ। ਤਿਨੀ ਜਨੀ ਜਪ ਲਿਆ, ਖੋਜੈ ਕੋਟ ਅਸੰਖ ਬਹੁਤ ਅਨੰਤ ਕੇ। ਇਸ ਨਾਮ ਨੂੰ ਖੋਜੈ, ਖੋਜੈ ਦਾ ਮਤਲਬ ਲੱਭਦੇ ਨੇ। ਕਿੰਨੇ ਕੁ ਬੰਦੇ ਲੱਭਦੇ ਨੇ? ਗੁਰਦੇਵ ਕਹਿੰਦੇ ਖੋਜੈ ਕੋਟ। ਕੋਟ ਕਹਿੰਦੇ ਨੇ ਕਰੋੜਾਂ ਨੂੰ। ਅਸੰਖ, ਅਸੰਖ ਕਹਿੰਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ, ਗਿਣਤੀ ਤੋਂ ਬਾਹਰ। ਅਸਲ ਸ਼ਬਦ ਹੈ ਸੰਖਿਆ, ਤੇ ਜਦੋਂ ਕੋਈ ਚੀਜ਼ ਸੰਖਿਆ ਤੋਂ ਬਾਹਰ ਹੋ ਜਾਏ ਉਹਨੂੰ ਕਹਿੰਦੇ ਨੇ ਅਸੰਖ, ਭਾਵ ਪਤਾ ਹੀ ਨਹੀਂ ਹੈ ਕਿ ਏਕੇ ਦੇ ਮਗਰ ਕਿੰਨੀਆਂ ਕੁ ਜੀਰਵਾਂ ਲਾਈਏ। ਏਕੇ ਦੇ ਮਗਰ 1 ਜ਼ੀਰੋ ਲੱਗੀ ਹੋਏ ਤੇ ਆਪਾਂ ਕਹਿੰਦੇ ਆ 10 ਆ, ਜੇ 2 ਜ਼ੀਰੋਆਂ ਲੱਗੀਆਂ ਹੋਣ ਤੇ ਆਪਾਂ ਕਹਿੰਦੇ ਆ 100 ਆ, ਜੇ 3 ਲੱਗੀਆਂ ਹੋਣ ਤੇ ਆਪਾਂ ਕਹਿ ਦਿੰਦੇ 1000। ਆਪਾਂ ਨੂੰ ਪਤਾ, ਪਰ ਇੱਥੇ ਤਾਂ ਲਫ਼ਜ਼ ਗੁਰਦੇਵ ਨੇ ਵਰਤਿਆ ਅਸੰਖ। ਅਸੰਖ ਦਾ ਭਾਵ ਹੈ ਪਤਾ ਹੀ ਨਹੀਂ ਹੈ ਕਿੰਨੇ। ਕਹਿੰਦੇ ਉਹਦੇ ਨਾਮ ਨੂੰ ਖੋਜਣ ਵਾਲੇ ਕਰੋੜ ਨੇ। ਫਿਰ ਗੁਰਦੇਵ ਕਹਿੰਦੇ ਕਰੋੜ ਤੋਂ ਵੀ ਜ਼ਿਆਦੇ ਅਸੰਖ ਨੇ, ਗਿਣ ਹੀ ਨਹੀਂ ਸਕਦੇ। ਗੁਰਦੇਵ ਦਾ ਬਚਨ ਹੈ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ। ਉਹਦੇ ਨਾਮ ਨੂੰ ਖੋਜਣ ਵਾਲੇ ਬਹੁਤ ਨੇ, ਅਸੰਖ ਨੇ, ਕਰੋੜ ਨੇ, ਪਰ ਹਰ ਕਿਸੇ ਨੂੰ ਉਹਦਾ ਨਾਮ ਨਸੀਬ ਨਹੀਂ ਹੋਇਆ। ਖੋਜਣ ਵਾਲੇ ਬੜੇ ਨੇ। ਇੱਕ ਕਲਾਸ ਦੇ ਵਿੱਚ 100 ਵਿਦਿਆਰਥੀ ਹੋ ਸਕਦਾ ਹੈ, ਪਰ ਸਾਰੇ ਪ੍ਰਥਮ ਨਹੀਂ ਆ ਸਕਦੇ। ਪ੍ਰਥਮ ਇੱਕ ਹੀ ਆ ਸਕਦਾ ਹੈ, ਇੱਕ ਨਹੀਂ ਤਾਂ 2 ਆ ਜਾਣਗੇ, ਸਾਰੇ ਨਹੀਂ। ਕਹਿੰਦੇ ਖੋਜਣ ਵਾਲੇ ਬੜੇ ਨੇ, ਪਰ ਖੋਜ ਨੂੰ ਫਲ ਕਿਹਦੀ ਨੂੰ ਲੱਗਾ? ਭਾਵ ਉਸ ਖੋਜ 'ਚ ਮੁਕੰਮਲ ਕੌਣ ਹੋਇਆ? ਉਹੀ ਹੋਇਆ ਜਿਹਨੇ ਗੁਰੂ ਦਾ ਸੰਗ ਮਾਣਿਆ, ਜਿਹਨੇ ਗੁਰੂ ਦਾ ਸੰਗ ਮਾਨਣ ਤੋਂ ਬਿਨਾਂ ਆਪਣੇ ਆਪ ਖੋਜ ਆਰੰਭ ਕਰ ਦਿੱਤੀ। ਉਹਦੀ ਖੋਜ ਨੂੰ ਫਲ ਨਹੀਂ ਲੱਗਾ। ਯਾਦ ਰੱਖਿਓ, ਇਹ ਇੱਥੇ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿ ਰਹੇ ਹੋ, ਕਹਿੰਦੇ ਖੋਜਣ ਵਾਲਿਆਂ ਦੀ ਕਮੀ ਨਹੀਂ, ਕਮੀ ਹੈ ਸਹੀ ਖੋਜਣ ਵਾਲਿਆਂ ਦੀ, ਕਿ ਸਹੀ ਕੌਣ ਖੋਜ ਰਿਹਾ ਹੈ। ਇਹ ਨੁਕਤਾ ਗੁਰਮਤ ਦਾ ਬੜਾ ਗੰਭੀਰ ਹੈ। ਗੁਰਮਤ ਕਹਿੰਦੀ ਹੈ ਕਿ ਖੋਜ ਮੁਬਾਰਕ ਹੈ, ਤੂੰ ਉਹਦੀ ਖੋਜ ਕਰ, ਪਰ ਗੁਰੂ ਤੋਂ ਬਿਨਾਂ ਤੇਰੀ ਖੋਜ ਮੁਕੰਮਲ ਨਹੀਂ ਹੋ ਸਕਦੀ। ਮੈਂ ਕਈ ਵਾਰ ਅਰਜ਼ ਕਰਿਆ ਕਰਦਾ
ਕਿ ਜੋ ਮਾਂ-ਬਾਪ ਆਪ ਸਕੂਲ ਵਿੱਚ ਪੜ੍ਹਾਉਂਦੇ ਨੇ, ਕਿ ਕਦੀ ਵੇਖਿਆ ਕਿ ਉਹਨਾਂ ਦੇ ਬੱਚੇ ਉਹ ਘਰੇ ਹੀ ਪੜ੍ਹਦੇ ਨੇ? ਜਿਹੜੇ ਮਾਂ-ਬਾਪ ਆਪ ਸਕੂਲ 'ਚ ਪੜ੍ਹਾਉਂਦੇ ਨੇ ਉਹਨਾਂ ਨੂੰ ਤੇ ਲੋੜ ਨਹੀਂ ਨਾ, ਉਹ ਤੇ ਘਰੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਨੇ, ਪਰ ਫਿਰ ਵੀ ਉਹ ਸਕੂਲ 'ਚ ਕਿਉਂ ਭੇਜਦੇ ਨੇ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੋ ਚੀਜ਼ ਇਹ ਸਕੂਲ 'ਚ ਖੋਜ ਸਕਦੇ ਨੇ ਉਹ ਘਰੇ ਖੋਜ ਨਹੀਂ ਸਕਦੇ। ਤੁਸੀਂ ਸਮਾਨ ਹੀ ਵੇਚਣਾ, ਆਪਣੇ ਘਰੇ ਰੱਖ ਕੇ ਵੇਚ ਸਕਦੇ ਹੋ, ਪਰ ਵਪਾਰੀ ਨੂੰ ਪਤਾ ਹੈ ਜਿੰਨੀ ਦੇਰ ਤੱਕ ਮਾਰਕੀਟ ਨਹੀਂ ਹੈ, ਬਾਜ਼ਾਰ ਨਹੀਂ ਹੈ, ਟਿਕਾਣਾ ਨਹੀਂ ਹੈ, ਗਾਹਕ ਨਹੀਂ ਆਏਗਾ, ਗਾਹਕ ਨਹੀਂ ਆਏਗਾ। ਸਮਾਨ ਹੀ ਵੇਚਣਾ, ਬੰਦਾ ਇਹ ਸੋਚੇ ਕਿ ਘਰੇ ਰੱਖ ਕੇ ਵੇਚ ਲਾਂਗੇ, ਨਹੀਂ ਵੇਚਿਆ ਜਾ ਸਕਦਾ, ਕਿਉਂਕਿ ਮਸਲਾ ਸਮਾਨ ਦਾ ਨਹੀਂ ਹੈ, ਮਸਲਾ ਉਸ ਜਗ੍ਹਾ ਦਾ ਹੈ ਜਿੱਥੇ ਲੋਕਾਂ ਨੇ ਆ ਕੇ ਚੀਜ਼ ਨੂੰ ਵੇਖਣਾ ਤੇ ਖਰੀਦਣਾ। ਸੋ ਟਿਕਾਣੇ ਦੀ ਲੋੜ ਬੜੀ ਮਹੱਤਵ ਹੈ। ਇਵੇਂ ਕਹਿੰਦੇ ਗੁਰਦੇਵ ਕਹਿੰਦੇ ਨੇ, ਕਹਿੰਦੇ ਖੋਜਣ ਵਾਲੇ ਬੜੇ ਨੇ, ਪਰ ਅਸਲ 'ਚ ਖੋਜ ਨੂੰ ਫਲ ਕਿਹਦੀ ਨੂੰ ਲੱਗਾ? ਜਿਹਨੇ ਗੁਰੂ ਨੂੰ ਸਮਝ ਕੇ ਖੋਜਿਆ ਹੈ। ਮਸਲਾ ਇੰਨਾ ਹੈ। ਸੋ ਗੁਰਦੇਵ ਕਹਿੰਦੇ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ। ਕਹਿੰਦੇ ਜਿਸ ਨੂੰ ਆਪ ਉਹ ਬੁਝਾ ਦਿੰਦਾ ਹੈ, ਆਪ ਉਹ ਸਮਝ ਦੇ ਦਿੰਦਾ। ਦੋ ਗੱਲਾਂ ਨੇ, ਇੱਕ ਇਹ ਹੈ ਕਿ ਮੈਂ ਆਪ ਬੁਝਿਆ, ਇੱਕ ਇਹ ਹੈ ਕਿ ਉਹਨੇ ਬੁਝਾਇਆ ਹੈ। ਗੁਰਮਤਿ ਇਹ ਕਹਿੰਦੀ ਹੈ ਕਿ ਜਿੱਥੇ ਬੰਦਾ ਇਹ ਕਵੇ ਕਿ ਮੈਂ ਆਪ ਬੁਝਿਆ, ਸਮਝ ਲਓ ਉਸਨੇ ਕੁਛ ਨਹੀਂ ਬੁਝਿਆ। ਗੁਰਮਤਿ ਇਹ ਕਹਿੰਦੀ ਹੈ। ਤੁਸੀਂ ਵੇਖੋ ਗੁਰੂ ਅਰਜਨ ਸਾਹਿਬ ਦਾ ਸ਼ਬਦ ਰੋਜ਼ ਪੜ੍ਹਦੇ ਹੋ ਤੁਸੀਂ, ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ, ਜਾਂ ਉਹ ਆਪ ਇਹ ਚੀਜ਼ਾਂ ਨਹੀਂ ਸੀ ਕਰਦੇ ਸਨ, ਪਰ ਫਿਰ ਵੀ ਉਹਨਾਂ ਨੇ ਲਿਖਿਆ ਜਪ ਤਪ ਸੰਜਮ ਧਰਮ ਨਾ ਕਮਾਇਆ। ਕੀ ਗੁਰੂ ਅਰਜਨ ਸਾਹਿਬ ਨੇ ਜਪ ਨਹੀਂ ਕੀਤਾ ਸੀ? ਕਿ ਤਪ ਨਹੀਂ ਕੀਤਾ ਸੀ? ਕਿ ਗੁਰੂ ਅਰਜਨ ਸਾਹਿਬ ਨੇ ਧਰਮ ਨੂੰ ਕਮਾਇਆ ਨਹੀਂ ਸੀਗਾ? ਨਹੀਂ, ਉਹਨਾਂ ਦੇ ਵਰਗਾ ਕੋਈ ਜਪੀ ਨਹੀਂ, ਉਹਨਾਂ ਦੇ ਵਰਗਾ ਕੋਈ ਤਪੀ ਨਹੀਂ, ਉਹਨਾਂ ਦੇ ਵਰਗਾ ਕੋਈ ਧਰਮੀ ਨਹੀਂ, ਪਰ ਫਿਰ ਵੀ ਉਹਨਾਂ ਨੇ ਇਸ ਅਹਿਸਾਸ ਨੂੰ ਮਾਣਿਆ ਕਿ ਇਹ ਮੈਂ ਖੁਦ ਨਹੀਂ ਕਰ ਸਕਦਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ। ਕੀ ਗੁਰੂ ਅਰਜਨ ਸਾਹਿਬ ਦੇ ਕਰਮ ਨੀਚ ਸਨ? ਨਹੀਂ। ਮਸਲਾ ਇੱਥੇ ਹੈ ਕਿ ਉਹ ਕਹਿੰਦੇ ਨੇ ਸ਼ਰਨ ਪਰੇ ਕੀ ਰਾਖੋ ਸ਼ਰਮ। ਮਸਲਾ ਹੈ ਅੰਦਰੋਂ ਨਿਉਣ ਦਾ। ਸੋ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸਾਂ ਕਿ ਗੁਰਮਤਿ ਕਹਿੰਦੀ ਹੈ ਜੇ ਕੋਈ ਕਹਿੰਦਾ ਹੈ ਕਿ ਮੈਂ ਬੁੱਝ ਲਿਆ, ਸਮਝ ਲਓ ਉਸਨੇ ਕੁਛ ਨਹੀਂ ਬੁੱਝਿਆ, ਉਹਨੇ ਕੁਛ ਨਹੀਂ ਬੁੱਝਿਆ। ਜਾਣਨ ਹਾਰ ਨਾ ਛਾਨਾ ਰੇ। ਛਾਨਾ ਦਾ ਮਤਲਬ ਹੈ ਜਿਵੇਂ ਪਿੰਡਾਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ ਕਿ ਫਲਾਣਾ ਬੰਦਾ ਵੇਖੋ ਕਿੰਨਾ ਛੱਜ ਕੁੱਟਦਾ, ਭਾਵ ਰੋਲਾ ਪਾਉਂਦਾ। ਛੱਜ ਕੁੱਟਣ ਦਾ ਭਾਵ ਸੀਗਾ ਰੋਲਾ ਪਾਉਣਾ, ਭਾਵ ਉੱਚੀ ਉੱਚੀ ਕੂਕ ਕੇ ਕੋਈ ਗੱਲ ਕਹਿਣੀ। ਗੁਰੂ ਸਾਹਿਬ ਕਹਿੰਦੇ ਜਿਹਨੇ ਜਾਣ ਲਿਆ ਉਹ ਛੱਜ ਨਹੀਂ ਕੁੱਟਦਾ, ਭਾਵ ਉੱਚੀ ਰੋਲਾ ਨਹੀਂ ਪਾਉਂਦਾ ਕਿ ਮੈਂ ਇਹ ਜਾਣ ਲਿਆ ਹੈ, ਮੈਂ ਇਹ ਸਮਝ ਲਿਆ, ਨਹੀਂ। ਤੇ ਜੇ ਕੋਈ ਕਹਿੰਦੇ ਨੇ ਇਹ ਰੋਲਾ ਪਾਉਂਦਾ ਤੇ ਸਮਝ ਲਓ ਉਸ ਨੇ ਜਾਣਿਆ ਨਹੀਂ ਹੈ। ਬਾਬਾ ਨਾਮਦੇਵ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਜਿਨ ਹਰ ਪਾਇਓ ਤਿਨੈ ਛਪਾਇਓ। ਜਿਸਨੇ ਉਹਨੂੰ ਪਾ ਲਿਆ ਨਾ, ਉਹਨੇ ਰੋਲਾ ਨਹੀਂ ਪਾਇਆ, ਉਹਨੇ ਛਪਾ ਲਿਆ, ਉਹਨੇ ਉਹਦਾ ਅਹਿਸਾਸ ਮਾਣਿਆ। ਸੋ ਬੇਨਤੀ ਨੂੰ ਫੇਰ ਸਮਝਿਓ। ਗੁਰਦੇਵ ਕਹਿੰਦੇ ਖੋਜਣ ਵਾਲੇ ਬੜੇ ਨੇ, ਪਰ ਉਸ ਵਾਹਿਗੁਰੂ ਨੇ ਜਿਸ ਨੂੰ ਬੁਝਾ ਦਿੱਤਾ ਉਹਨੇ ਬੁੱਝ ਲਿਆ ਹੈ, ਉਸਨੇ ਸਮਝ ਲਿਆ ਹੈ। ਜਿਸ ਬੁਝਾਏ ਆਪ ਨੇੜਾ ਤਿਸ ਹੈ, ਉਹੀ ਉਹਦੀ ਨੇੜਤਾ ਦਾ ਨਿੱਘ ਮੰਨਦਾ ਹੈ। ਉਹ ਰੋਲਾ ਨਹੀਂ ਪਾਉਂਦਾ, ਉਹਦੀ ਨੇੜਤਾ ਦਾ ਨਿੱਘ ਮੰਨਦਾ ਹੈ। ਵਿਸਰ ਨਹੀਂ ਦਾਤਾਰ। ਕਹਿੰਦੇ ਅਸੀਂ ਤੇ ਇਹੀ ਅਰਜ਼ ਕਰ ਸਕਦੇ ਹਾਂ, ਹੇ ਦਾਤਾਰ, ਦਾਤਾ ਦੇਣ ਵਾਲਿਆ, ਸਾਨੂੰ ਵਿਸਰੀ ਨਾ, ਆਪਣਾ ਨਾਮ ਦੇਹੋ, ਤੇ ਆਪਣਾ ਨਾਮ ਸਾਨੂੰ ਦੇ। ਅਸੀਂ ਤੇਰੇ ਕੋਲ ਲੈ ਨਹੀਂ ਸਕਦੇ ਧੱਕੇ ਨਾਲ, ਤੂੰ ਦਵੇਂ ਤਾਂ ਸਾਨੂੰ ਮਿਲ ਸਕਦਾ। ਫਿਰ ਸਮਝੋ, ਗੁਰਮਤਿ ਇਹ ਕਹਿੰਦੀ ਹੈ
कि इत्थे मन हठ नाल धक्के नाल गुरु कोलों कोई कुछ नहीं लै सकता। इत्थे ते न्यों के निम के डिग के ढठ के ही लिया जा सकता है। गुरमत दा ही सुनिया इत्थे जो ये कहता है कि मैं धक्के दे नाल लै लवांगा, गुरुदेव सच्चे पातशाह नूं कहंदे ने, कहंदे भलिया ये तेरी गलत फहमी है, ये तेरा भरम है। एक शब्द आउंदा है बाबा फरीद साहब दा, उन्हां ने जिक्र कीता है, कहंदे जदों मींह पैंदा है, मींह कदी टिब्बियां ते नहीं रुकिया, उच्ची जगह ते मींह दे किणके दाणे पानी कदी रुकिया नहीं है। वो पानी सारे दा सारा वह के नीवी जगह ते आ जाता है, उत्थे ही इकट्ठा हुंदा है, उत्थे ही वो सिमदा है। कहंदे यही हालात इत्थे ने। इत्थे जिहड़ा तू मन हठ नाल कुछ लै नहीं सकदा, असल विच तैनूं मिलेगा ते न्यों के मिलेगा, ढह के मिलेगा। तां ही गुरबाणी विच वार वार ये गल कही गई, जिस दा जिक्र असीं पढ़ रहे हां। ये अर्ज कर ये कह विसर नहीं दातार अपना नाम दे हो, अपना नाम दे गुण गावा दिन रात, मैं तेरे गुणा नूं दिन रात चत्तो पैर गाउंदा रवां। नानक चाओ एहो, नानक नूं ते इहदा चाह ही बड़ा है, इस गल का शौक ही बड़ा है, इस गल का चाह ही बड़ा है। मेरे अंदर ये लगन जिहड़ी है वो पैदा हो जाए। सो इस मुकम्मल शब्द च जिहड़ा असीं ये समझिया है, गुरुदेव ने, गुरु अर्जन साहब ने सानू यही गल समझ पाई है कि भलिया उस वाहिगुरू दा नाम न्यों के ते तू लै सकदा है, ढठ के तां तू गुरु कोलों झोली च पवा सकदा है। ते जे तू ये गल कहे कि मैनू इन्ने दिन हो गए ने, मैनू इन्ने साल हो गए ने, या मैनू ते इन्नी वार मैं तेरे दर ते आके जिहड़ा है बैठा हाँ, तां गुरुदेव कहंदे इत्थों फिर इस तरह कुछ नहीं लिया जा सकता, इस तरह कुछ लिया नहीं जा। ये गुरमत दा एक असूल है। असीं बाबा श्री चंद जी दा, बाबा लक्ष्मी दास जी दा जिक्र पढ़दे हैं, वो क्यों पिछे रह गए, इसे करके पिछे रह गए। बस आ एक चीज उन्होंने बाबे नानक दे घर तो पिछे लै गई कि वो इस भरम च जींदे रहे कि ये ते साडा बापू ही है, ये सानू नूं देगा ते होर किनूं देगा, साडी झोली च नहीं पाएगा ते होर किहदी झोली च पाएगा। पर उदों पता लगा जदों गुरु नानक साहब सच्चे पातशाह ने भाई लहणे दे सामने मत्था टेके ते सारा कुछ भाई लहणे दी झोली दे विच पा दिता, क्योंकि वो निभ गया, वो ढठ गया। सो ये असूल गुरु साहब ने अपने घर दा ते अपने दर दा बनाया। सतगुरु किरपा करन सानू सारिआं नूं ये सोझी ते बूझी देण कि असीं इस दर ते निम जाइए, झुक जाइए। निमन सो अखर खमण गुण जिहबा मणिया मंत, ए त्रै भैणे वेस कर तां वस आवे कंत। निमन नूं पातशाह जी ने एक वड्डा गुण जिहड़ा है वो मने, मिठत नीवी नानका गुण चंगियाइयां तत सब को निवै आप को पर को निवै ना, कोई धर तराजू तोली है निवै सो गौरा होए। कहंदे तराजू वाल वेख, जेड़ा पासा निम गया वही भारा हुंदा ही, ते जेड़ा उपर उठ गया वो हल्का हुंदा ही। कहंदे गुरु नानक साहब कहंदे कहंदे मेरे ते यकीन नहीं तां तराजू वाल ही वेख ला कि जिहड़ी चीज निवेगी मता सोचना वो हौली होवेगी, वो समझ लो की आ भारी होएगी। सो गुरु साहब किरपा करन, रहमत करन, सानू ये अपनी बख्शिश देण। होइयां भुलां गलतियां दी गुरु की साध संगत ने खिमा करनी जी। वाहिगुरु जी का खालसा, वाहिगुरु जी की फतेह। राम कली महला तीजा। आनंद एक ओंकार सतगुरु प्रसाद। आनंद पया मेरी माए सतगुरु मैं पाया। राग रतन परवार परियां शब्द गावण आईयां।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ